नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। आज के इस सेशन में हम 3 टॉपिक कवर करेंगे। टॉपिक फर्स्ट ऑफिशियल लैंग्वेज, और टॉपिक नंबर 2 इलेक्शन कमीशन, टॉपिक थर्ड कैग। चलते हैं हमारे फर्स्ट टॉपिक पर। संविधान ਦੀ ਕਿਹੜੀ ਸੋਧ ਵਿੱਚ ਬੋਡੋ, ਡੋਗਰੀ, ਸੰਥਾਲੀ, ਮੈਥਲੀ ਨੂੰ ਮਾਨਤਾ ਦੇ ਕੇ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ? ਹਾਂਜੀ, ਇਹ ਜਿਹੜੀਆਂ 4 ਭਾਸ਼ਾਵਾਂ ਸੀ ਬੋਡੋ, ਡੋਗਰੀ, ਸੰਥਾਲੀ ਤੇ ਮੈਥਲੀ, ਇਹਨਾਂ ਨੂੰ 2003 ਦੇ ਵਿੱਚ 92 ਸੋਧ ਐਕਟ ਤਹਿਤ ਇਹਨਾਂ ਨੂੰ 22 ਭਾਸ਼ਾਵਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਨੋਟ ਕੀ ਕਰਨਾ ਜੀ ਆਪਾਂ? ਬੋਡੋ, ਡੋਗਰੀ, ਮੈਥਲੀ, ਸੰਥਾਲੀ, ਇਹ 4 ਭਾਸ਼ਾਵਾਂ ਯਾਦ ਕਰਨੀਆਂ। 2003 ਦੇ 92 ਸੋਧ ਐਕਟ ਦੁਆਰਾ ਇਹਨਾਂ ਨੂੰ ਜੋੜਿਆ ਗਿਆ। 21ਵੇਂ ਸੋਧ ਐਕਟ ਦੁਆਰਾ ਹਿੰਦੀ ਨੂੰ 1967 ਦੇ ਵਿੱਚ 8ਵੀਂ ਅਨੁਸੂਚੀ ਵਿੱਚ ਜੋੜਿਆ ਗਿਆ। ਕੋਂਕਣੀ, ਮਣੀਪੁਰੀ, ਨੇਪਾਲੀ, ਇਹਨਾਂ ਨੂੰ 71ਵੀਂ ਜਿਹੜੀ ਸੋਧ ਦੁਆਰਾ 1992 ਦੇ ਵਿੱਚ 8ਵੀਂ ਅਨੁਸੂਚੀ ਵਿੱਚ ਜੋੜਿਆ ਗਿਆ। ਤੇ ਭਾਰਤੀ ਸੰਵਿਧਾਨ ਦਾ ਭਾਸ਼ਾ ਨਾਲ ਸੰਬੰਧ ਜਿਹੜਾ ਭਾਗ ਹੈ ਉਹ ਭਾਗ ਨੰਬਰ 17 ਹੈ। ਭਾਗ ਨੰਬਰ 17 ਆਰਟੀਕਲ 343 ਤੋਂ ਲੈ ਕੇ 351 ਤੱਕ ਇਹਦੇ ਵਿੱਚ ਭਾਸ਼ਾਵਾਂ ਨਾਲ ਸੰਬੰਧਿਤ ਆਰਟੀਕਲ ਹੈ ਸਾਰੇ। ਤੇ ਜਿਹੜੀ 8ਵੀਂ ਅਨੁਸੂਚੀ ਹੈ ਇਹ ਭਾਸ਼ਾ ਦੇ ਨਾਲ ਸੰਬੰਧਿਤ ਸ਼ਡਿਊਲ ਹੈ। 8th ਸ਼ਡਿਊਲ ਹੈ ਜਿਹੜਾ ਉਹ ਲੈਂਗੁਏਜ ਦੇ ਨਾਲ ਸੰਬੰਧਿਤ ਹੈ। ਇਹ ਵੈਰੀ ਇੰਪੋਰਟੈਂਟ ਹੈ ਸਾਰੇ ਫੈਕਟ, ਐਗਜ਼ਾਮ ਦੇ ਵਿੱਚ ਪੁੱਛੇ ਗਏ ਸਾਰੇ ਫੈਕਟ। ਕੋਂਕਣੀ ਦੀ ਦੇਸ਼ ਦੀ ਸਰਕਾਰੀ ਭਾਸ਼ਾ ਹੈ। ਕੋਂਕਣੀ ਹੈ ਜਿਹੜੀ ਉਹ ਮੇਨ ਰੂਪ ਵਿੱਚ ਤਾਂ ਗੋਆ ਦੀ ਸਰਕਾਰੀ ਭਾਸ਼ਾ, ਪਰ ਨਾਲ ਦਮਨ ਤੇ ਦੀਪ ਦੇ ਵਿੱਚ ਵੀ ਇਹ ਸਰਕਾਰੀ ਭਾਸ਼ਾ ਦੇ ਤੌਰ ਤੇ ਵਰਤੀ ਜਾਂਦੀ ਹੈ। ਨੋਟ ਕੀ ਕਰਨਾ ਆਪਾਂ? ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਵਿੱਚ 71ਵੀਂ ਸੰਵਿਧਾਨਿਕ ਸੋਧ ਦੇ ਨਾਲ 3 ਭਾਸ਼ਾਵਾਂ ਜੋੜੀਆਂ ਗਈਆਂ ਸੀ, ਕੋਂਕਣੀ, ਮਣੀਪੁਰੀ ਤੇ ਨੇਪਾਲੀ। ਤੇ 8ਵੀਂ ਅਨੁਸੂਚੀ ਦੇ ਵਿੱਚ ਹੁਣ 22 ਭਾਸ਼ਾਵਾਂ ਸ਼ਾਮਲ ਹਨ। ਇਹ ਧਿਆਨ ਰੱਖਣਾ ਹੈ, 22 ਭਾਸ਼ਾਵਾਂ ਨੂੰ ਮਾਨਤਾ ਮਿਲ ਚੁੱਕੀ ਹੈ। ਤੇ ਜਿਹੜੀ ਕੋਂਕਣੀ ਹੈ ਉਹ ਗੋਆ ਦੀ ਸਰਕਾਰੀ ਭਾਸ਼ਾ ਹੈ। ਤੇ ਇਸੇ ਪ੍ਰਕਾਰ ਜਿਹੜਾ ਪੁਡੂਚੇਰੀ ਹੈ ਉਹਦੇ ਵਿੱਚ 3 ਸਰਕਾਰੀ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈ। ਪੁਡੂਚੇਰੀ ਜਿਹੜਾ ਕਿ ਖੁਦ ਤਾਮਿਲਨਾਡੂ ਦੇ ਨਾਲ ਲੱਗਦਾ, ਉੱਥੇ ਤਮਿਲ ਬੋਲੀ ਜਾਂਦੀ ਹੈ। ਪੁਡੂਚੇਰੀ ਦਾ ਇੱਕ ਹਿੱਸਾ ਜਨਮ ਹੈ ਉਹ ਆਂਧਰਾ ਪ੍ਰਦੇਸ਼ ਦੇ ਨਾਲ ਹੈ, ਉੱਥੇ ਤੇਲਗੂ ਬੋਲੀ ਜਾਂਦੀ ਹੈ। ਤੇ ਮਾਹੇ ਜਿਹੜਾ ਕੇਰਲਾ ਦੇ ਨਾਲ ਹੈ ਉੱਥੇ ਮਲਿਆਲਮ ਬੋਲੀ ਜਾਂਦੀ ਹੈ। ਪੁਡੂਚੇਰੀ ਬਹੁਤ ਵੈਰੀ ਇੰਪੋਰਟੈਂਟ, ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਵੀ ਪੁਡੂਚੇਰੀ ਦੇ ਵਿੱਚੋਂ ਇਹਨਾਂ ਵਿੱਚੋਂ ਕਿਹੜੀ ਸਰਕਾਰੀ ਭਾਸ਼ਾ ਬੋਲੀ ਜਾਂਦੀ ਹੈ। ਪੁਡੂਚੇਰੀ ਦੇ 3 ਹਿੱਸੇ ਹੈ। ਪੁਡੂਚੇਰੀ ਤੇ ਕਾਰੀਕਲ ਪਹਿਲਾ ਹਿੱਸਾ ਜਿਹੜਾ ਤਾਮਿਲਨਾਡੂ ਨਾਲ ਲੱਗਦਾ ਉੱਥੇ ਤਮਿਲ ਭਾਸ਼ਾ ਬੋਲੀ ਜਾਂਦੀ ਹੈ। ਮਾਹੇ ਜਿਹੜਾ ਕੇਰਲ ਦੇ ਨਾਲ ਲੱਗਦਾ ਉੱਥੇ ਮਲਿਆਲਮ ਬੋਲੀ ਜਾਂਦੀ ਹੈ। ਤੇ ਜਨਮ ਜਿਹੜਾ ਹੈ ਇਹ ਆਂਧਰਾ ਪ੍ਰਦੇਸ਼ ਦੇ ਨਾਲ ਲੱਗਦਾ ਹਿੱਸਾ, ਇੱਥੇ ਤੇਲਗੂ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਤ੍ਰਿਪੁਰਾ ਦੀ ਜਿਹੜੀ ਸਰਕਾਰੀ ਭਾਸ਼ਾ ਉਹ ਬੰਗਾਲੀ ਹੈ। ਇਹ ਯਾਦ ਰੱਖਣਾ ਜੀ। ਤ੍ਰਿਪੁਰਾ ਇੱਕ ਅਜਿਹਾ ਜਿਹੜਾ 3 ਪਾਸਿਆਂ ਤੋਂ ਬੰਗਲਾਦੇਸ਼ ਦੇ ਨਾਲ ਘਿਰਿਆ ਹੋਇਆ ਹੈ। ਠੀਕ ਹੈ ਜੀ, ਇਹ ਵੀ ਧਿਆਨ ਰੱਖ ਲੈਣਾ। ਇਹ ਵੀ ਐਗਜ਼ਾਮ 'ਚ ਪੁੱਛਿਆ ਜਾਂਦਾ ਵੀ ਕਿਹੜਾ ਸਟੇਟ ਹੈ ਜਿਹੜਾ ਕਿ ਬੰਗਲਾਦੇਸ਼ ਦੁਆਰਾ 3 ਪਾਸੋਂ ਘਿਰਿਆ ਹੋਇਆ ਹੈ, ਤੇ ਇਹਦਾ ਰਾਈਟ ਆਨਸਰ ਬੰਗਲਾਦੇਸ਼ ਦਾ ਤ੍ਰਿਪੁਰਾ ਹੈ। ਠੀਕ ਹੈ ਜੀ। ਅੱਗੇ ਹੈ ਜੀ ਅੰਗਰੇਜ਼ੀ ਕਿਸ ਰਾਜ ਦੀ ਜਾਂ ਯੂਟੀ ਦੀ ਸਰਕਾਰੀ ਭਾਸ਼ਾ ਹੈ? ਅੰਗਰੇਜ਼ੀ ਹੈ ਜਿਹੜੀ ਉਹ ਨਾਗਾਲੈਂਡ ਦੀ ਸਰਕਾਰੀ ਭਾਸ਼ਾ ਹੈ। ਯਾਦ ਕੀ ਕਰਨਾ, ਧਿਆਨ 'ਚ ਕੀ ਰੱਖਣਾ ਆਪਾਂ? ਜਿਹੜੀ ਸਰਕਾਰੀ ਭਾਸ਼ਾ ਜਿਹੜੀ ਜਿਹਨੂੰ ਆਫੀਸ਼ੀਅਲ ਲੈਂਗੁਏਜ ਕਹਿ ਦਿੰਦੇ ਆ, ਸੰਵਿਧਾਨ ਦੇ 17ਵੇਂ ਭਾਗ ਦੇ ਵਿੱਚ ਆਰਟੀਕਲ 343 ਤੋਂ ਲੈ ਕੇ 351 ਤੱਕ ਇਹਦਾ ਸਰਕਾਰੀ ਭਾਸ਼ਾ ਨਾਲ ਸੰਬੰਧਿਤ ਹੈ। ਭਾਗ 17ਵਾਂ ਤੇ ਆਰਟੀਕਲ 343 ਤੋਂ ਲੈ ਕੇ 351 ਤੱਕ। ਜਿਹੜੀ ਦੇਵਨਾਗਰੀ ਲਿਪੀ ਦੇ ਵਿੱਚ ਲਿਖੀ ਜਾਣ ਵਾਲੀ ਹਿੰਦੀ ਹੈ ਜਿਹੜੀ ਉਹ ਸੰਘ ਮਤਲਬ ਸੈਂਟਰ ਜਾਂ ਕੇਂਦਰ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ। ਜਦੋਂ ਸੰਵਿਧਾਨ ਬਣਿਆ ਸੀ, ਮੂਲ ਰੂਪ ਦਾ ਮਤਲਬ ਇਹ ਹੈ ਤਾਂ 8ਵੀਂ ਅਨੁਸੂਚੀ ਦੇ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਮਿਲੀ ਸੀਗੀ ਤੇ ਸੋਧਾਂ ਦੁਆਰਾ 8 ਹੋਰ ਭਾਸ਼ਾਵਾਂ ਸ਼ਾਮਲ ਕੀਤੀਆਂ ਗਈਆਂ। 1967 ਦੇ ਵਿੱਚ ਇੱਕ ਭਾਸ਼ਾ ਜਿਹਨੂੰ ਸਿੰਧੀ ਕਹਾਂਗੇ 21ਵੀਂ ਸੋਧ ਦੁਆਰਾ। 1992 ਦੇ ਵਿੱਚ 3 ਭਾਸ਼ਾਵਾਂ ਜਿਹਦੇ ਵਿੱਚ ਕੋਂਕਣੀ ਸੀ, ਨੇਪਾਲੀ ਸੀ ਤੇ ਇੱਕ ਭਾਸ਼ਾ ਹੋਰ ਸੀਗੀ। ਤੇ 2003 ਦੇ ਵਿੱਚ 4 ਭਾਸ਼ਾਵਾਂ ਸੀ ਜਿਹਦੇ ਵਿੱਚ ਮੈਥਲੀ ਸੀ, ਸੰਥਾਲੀ ਸੀ, ਬੋਡੋ ਸੀ ਤੇ ਡੋਗਰੀ ਸੀ। ਤੇ ਕੁੱਲ ਮਿਲਾ ਕੇ 8 ਭਾਸ਼ਾਵਾਂ ਇਹ ਐਡ ਕੀਤੀਆਂ ਗਈਆਂ। ਪਹਿਲਾ ਸਰਕਾਰੀ ਭਾਸ਼ਾ ਕਮਿਸ਼ਨ 1955 ਦੇ ਵਿੱਚ ਜੀ ਖੇਰ ਚੇਅਰਮੈਨ ਬਣਾਇਆ ਸੀ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਐਗਜ਼ਾਮ 'ਚ ਪੁੱਛਿਆ ਜਾਂਦਾ। ਤੇ ਜਿਹੜਾ ਰਾਜ ਆ ਕੋਈ ਵੀ ਸਟੇਟ ਹੈ ਉਹ ਆਪਣੀਆਂ 1 ਤੋਂ ਵੱਧ ਭਾਸ਼ਾਵਾਂ ਨੂੰ ਮਾਨਤਾ ਦੇ ਸਕਦਾ ਹੈ। ਇਹ ਧਿਆਨ ਰੱਖਣਾ ਹੈ। ਜਿਹੜਾ ਸਟੇਟ ਹੈ ਉਹ ਆਪਣੇ ਅਧਿਕਾਰ ਦੇ ਤੌਰ ਤੇ 1 ਤੋਂ ਵੱਧ ਭਾਸ਼ਾਵਾਂ ਨੂੰ ਮਾਨਤਾ ਦੇ ਸਕਦਾ ਹੈ। ਇਹ ਸਾਰੇ ਫੈਕਟ ਹੈ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਵਾਲੇ ਫੈਕਟ ਹੈ। ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਉਹ ਕਿਸ ਭਾਸ਼ਾ ਦੇ ਵਿੱਚ ਰਚਿਆ ਗਿਆ? ਉਹ ਸੀ ਸੰਸਕ੍ਰਿਤ ਦੇ ਵਿੱਚ। ਹਾਂਜੀ, ਨੋਟ ਕੀ ਕਰਨਾ ਇਹਦੇ ਸੰਬੰਧ ਵਿੱਚ? ਜਿਹੜਾ ਵੰਦੇ ਮਾਤਰਮ ਇੱਕ ਸੰਸਕ੍ਰਿਤ ਕਵਿਤਾ ਸੀ, ਬੰਕਮ ਚੰਦਰ ਚੈਟਰਜੀ ਦੁਆਰਾ 1870 ਦੇ ਵਿੱਚ ਲਿਖਿਆ ਗਿਆ ਸੀ। ਤੇ ਬੰਗਾਲੀ ਭਾਸ਼ਾ ਦਾ ਜਿਹੜਾ ਨਾਵਲ ਸੀ ਆਨੰਦ ਮਠ ਉਹਦੇ ਵਿੱਚ 1882 'ਚ ਇਹਨੂੰ ਸ਼ਾਮਲ ਕੀਤਾ ਗਿਆ ਸੀ। 1870 ਦੇ ਵਿੱਚ ਬੰਕਮ ਚੰਦਰ ਚੈਟਰਜੀ ਨੇ ਵੰਦੇ ਮਾਤਰਮ ਇੱਕ ਕਵਿਤਾ ਲਿਖੀ ਸੰਸਕ੍ਰਿਤ ਭਾਸ਼ਾ ਦੇ ਵਿੱਚ। 1882 ਦੇ ਵਿੱਚ ਇਹਨੂੰ ਉਸਨੇ ਆਪਣੇ ਨਾਵਲ ਆਨੰਦ ਮਠ ਦੇ ਵਿੱਚ ਇਹਨੂੰ ਸ਼ਾਮਲ ਕਰ ਲਿਆ। ਤੇ ਇਹ ਜਿਹੜੀ ਕਵਿਤਾ ਸੀ ਵੰਦੇ ਮਾਤਰਮ ਪਹਿਲੀ ਵਾਰ 1896 ਦੇ ਵਿੱਚ ਰਵਿੰਦਰਨਾਥ ਟੈਗੋਰ ਦੁਆਰਾ ਗਾਈ ਗਈ ਸੀ। ਠੀਕ ਹੈ ਜੀ। ਬੰਕਮ ਚੰਦਰ ਚੈਟਰਜੀ ਦੀ ਇਹ ਕਵਿਤਾ ਪਹਿਲੀ ਵਾਰ ਰਵਿੰਦਰਨਾਥ ਟੈਗੋਰ ਨੇ 1896 'ਚ ਗਾਈ ਸੀ। ਤੇ ਇਸ ਗੀਤ ਦੀਆਂ ਜਿਹੜੀਆਂ ਪਹਿਲੀਆਂ 2 ਤੁਕਾਂ, ਠੀਕ ਹੈ ਜੀ, ਉਹਨਾਂ ਨੂੰ 1947 ਦੇ ਵਿੱਚ ਅਗਸਤ ਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਨੇ ਰਾਸ਼ਟਰੀ ਗੀਤ ਵਜੋਂ ਬਣਾਇਆ। ਸਿਰਫ ਪਹਿਲੀਆਂ 2 ਤੁਕਾਂ। ਠੀਕ ਹੈ। ਤੇ
24 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੇ ਵਿੱਚ ਵੰਦੇ ਮਾਤਰਮ ਦੇ ਤੌਰ ਤੇ ਇਸ ਰਾਸ਼ਟਰੀ ਗੀਤ ਨੂੰ ਬਣਾਇਆ ਗਿਆ। ਠੀਕ ਹੈ ਜੀ। ਹੁਣ ਜਿਹੜਾ ਵੰਦੇ ਮਾਤਰਮ ਹੈ, ਇਹਦਾ ਜੇ ਆਪਾਂ ਟਾਈਮ ਦੀ ਗੱਲ ਕਰ ਲਈਏ ਤਾਂ ਇਹ 65 ਸਕਿੰਟ ਦਾ ਇਹ ਟਾਈਮ ਹੁੰਦਾ ਇਹਦਾ, ਇਹ ਧਿਆਨ ਰੱਖਣਾ ਜੀ। ਜਿਹੜੀਆਂ 2 ਲਾਈਨਾਂ ਉਹਨਾਂ ਨੇ ਕੀਆਂ ਸੀ ਉਹ 5 ਸਕਿੰਟ ਦੀਆਂ ਸੀ, 5 ਸਕਿੰਟ ਦੀਆਂ 2 ਲਾਈਨਾਂ ਸੀਗੀਆਂ ਜਿਹਨੂੰ ਉਹਨਾਂ ਨੇ ਐਜ਼ ਆ ਰਾਸ਼ਟਰੀ ਗੀਤ ਆ ਜਿਹੜਾ ਕਾਂਗਰਸ ਵਰਕਿੰਗ ਕਮੇਟੀ ਨੇ ਬਣਾਇਆ ਸੀ। ਤੇ ਜੇ ਗੱਲ ਕਰ ਲਈਏ ਆਪਾਂ ਨੈਸ਼ਨਲ ਐਂਥਮ ਦੀ ਤਾਂ ਉਹ 52 ਸਕਿੰਟ ਦੇ ਵਿੱਚ ਉਹਦਾ ਉਚਾਰਨ ਕੀਤਾ ਜਾਂਦਾ ਹੈ। ਠੀਕ ਹੈ ਜੀ। ਬੋਡੋ ਭਾਸ਼ਾ ਮੁੱਖ ਤੌਰ ਤੇ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ ਬੋਲੀ? ਇਹ ਅਸਮ ਦੀ ਭਾਸ਼ਾ ਹੈ। ਬੋਡੋ ਇੱਕ ਟਰਾਈਬ ਹੈ, ਅਸਮ ਦੇ ਵਿੱਚ ਰਹਿੰਦੀ ਹੈ ਜੀ, ਤੇ ਉੱਥੋਂ ਦੀ ਇਹ ਭਾਸ਼ਾ ਜੀ। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੈ ਜੀ? ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਮਿਲੀ ਹੈ। ਹਾਂਜੀ, ਇਹ 22 ਭਾਸ਼ਾਵਾਂ ਕਿਹੜੀਆਂ? ਅਸਮੀ ਅਸਾਮ 'ਚ ਬੋਲੀ ਜਾਂਦੀ ਹੈ, ਬੰਗਾਲੀ, ਗੁਜਰਾਤੀ, ਹਿੰਦੀ ਇਹ ਸਾਰੇ ਨਾਰਥ ਭਾਰਤ ਦੇ ਵਿੱਚ ਬੋਲੀ ਜਾਂਦੀ ਹੈ, ਕੰਨੜ ਕਰਨਾਟਕਾ ਦੇ ਵਿੱਚ, ਕਸ਼ਮੀਰੀ ਜੰਮੂ ਕਸ਼ਮੀਰ 'ਚ, ਕੋਂਕਣੀ ਗੋਆ 'ਚ, ਇਹ ਧਿਆਨ ਰੱਖਣਾ ਹੈ। ਮਲਿਆਲਮ ਹੈ ਕੇਰਲਾ 'ਚ ਬੋਲੀ ਜਾਂਦੀ ਹੈ, ਮਣੀਪੁਰ 'ਚ, ਮਰਾਠੀ ਮਹਾਰਾਸ਼ਟਰ, ਨੇਪਾਲੀ ਜਿਹੜੀ ਨੇਪਾਲੀ ਹੈ ਇਹ ਇੱਕ ਤਾਂ ਬਿਹਾਰ 'ਚ ਬੋਲੀ ਜਾਂਦੀ ਹੈ ਤੇ ਇੱਕ ਸਿੱਕਮ 'ਚ ਬੋਲੀ ਜਾਂਦੀ ਹੈ, ਧਿਆਨ ਰੱਖਣਾ ਹੈ। ਨੇਪਾਲੀ ਬਿਹਾਰ ਤੇ ਸਿੱਕਮ 'ਚ। ਉੜੀਆ ਉੜੀਸਾ 'ਚ ਬੋਲੀ ਜਾਂਦੀ ਹੈ, ਪੰਜਾਬੀ ਪੰਜਾਬ 'ਚ, ਸੰਸਕ੍ਰਿਤ ਇਹ ਉੱਤਰਾਖੰਡ ਦੇ ਵਿੱਚ, ਜਿਹੜਾ ਸਿੰਧੀ ਹੈ ਜਿਹੜੀ ਬੋਲੀ ਜਾਂਦੀ ਹੈ ਇਹ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਬੋਲੀ ਜਾਂਦੀ ਹੈ, ਬਹੁਤ ਘੱਟ ਬੋਲੀ ਜਾਂਦੀ। ਤਮਿਲਨਾਡੂ 'ਚ, ਤੇਲਗੂ ਆਂਧਰਾ ਪ੍ਰਦੇਸ਼, ਉਰਦੂ ਇਹ ਉਰਦੂ ਹੈ ਜਿਹੜੀ ਇਹ ਆਂਧਰਾ ਪ੍ਰਦੇਸ਼ 'ਚ ਵੀ ਬੋਲੀ ਜਾਂਦੀ ਹੈ ਤੇ ਜੰਮੂ ਕਸ਼ਮੀਰ 'ਚ ਵੀ ਬੋਲੀ ਜਾਂਦੀ ਹੈ। ਬੋਡੋ ਅਸਮ ਦੇ ਵਿੱਚ, ਸੰਥਾਲੀ ਹੈ ਜਿਹੜੀ ਇਹ ਬਿਹਾਰ ਦੇ ਵਿੱਚ, ਮੈਥਲੀ ਬਿਹਾਰ 'ਚ, ਡੋਗਰੀ ਜੰਮੂ ਕਸ਼ਮੀਰ 'ਚ। ਹੁਣ ਧਿਆਨ ਕੀ ਰੱਖਣਾ ਇਹਦੇ ਵਿੱਚ ਵੀ ਇਹਦੇ ਵਿੱਚ ਨੇਪਾਲੀ ਭਾਸ਼ਾ ਸ਼ਾਮਲ ਆ ਪਈਆਂ ਦੇ ਵਿੱਚ, ਧਿਆਨ ਇਹ ਰੱਖਣਾ। ਅੰਗਰੇਜ਼ੀ ਭਾਸ਼ਾ ਕਿਤੇ ਦਰਜ ਨਹੀਂ, ਇੰਗਲਿਸ਼ ਕਿਤੇ ਹੈ ਨਹੀਂ ਗੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਇਹਦੇ ਵਿੱਚ। ਸੰਥਾਲੀ ਇਹਨਾਂ 4 ਭਾਸ਼ਾਵਾਂ ਨੂੰ ਜੋੜਿਆ ਗਿਆ ਸੀ। 4 ਇਹ ਹੋ ਗਈਆਂ, 3 ਕੋਂਕਣੀ ਮਣੀਪੁਰ ਤੇ ਨੇਪਾਲੀ ਹੋ ਗਈਆਂ, 7 ਤੇ ਸਿੰਧੀ ਹੋ ਗਈ, 8 ਟੋਟਲ 8 ਭਾਸ਼ਾ ਨੂੰ ਸੰਵਿਧਾਨਿਕ ਸੋਧਾਂ ਦੁਆਰਾ ਉਹ ਸ਼ਾਮਲ ਕੀਤਾ ਗਿਆ। ਜੰਮੂ ਕਸ਼ਮੀਰ ਖੇਤਰ ਦੇ ਵਿੱਚ ਮੁੱਖ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਜਿਹੜੀ 8ਵੀਂ ਸੂਚੀ ਵਿੱਚ ਵੀ ਸ਼ਾਮਲ ਹੈ। ਠੀਕ ਹੈ ਜੀ। ਇੱਥੇ ਉਰਦੂ ਵੀ ਆਪਸ਼ਨ 'ਚ ਦਿੱਤਾ ਹੁੰਦਾ ਹੈ ਤੇ ਸਾਰੇ ਚੱਕ ਕੇ ਉਰਦੂ ਤੋਂ ਟਿਕ ਲਾ ਜਾਣਗੇ, ਜਦਕਿ ਕਿਹੜੀ ਹੈ ਜੀ? ਡੋਗਰੀ। ਡੋਗਰੀ ਹੈ ਜਿਹੜੀ ਉਹ ਜੰਮੂ ਕਸ਼ਮੀਰ 'ਚ ਬੋਲੀ ਜਾਣ ਵਾਲੀ ਇਹਨਾਂ 'ਚੋਂ ਇੱਕ ਭਾਸ਼ਾ ਹੈ। ਹਾਂਜੀ, 6 ਭਾਸ਼ਾਵਾਂ ਜਿਹੜੀਆਂ ਜਿਨ੍ਹਾਂ ਨੂੰ ਕਲਾਸੀਕਲ ਦਰਜਾ ਪ੍ਰਾਪਤ ਹੋਇਆ ਹੈ, ਜਿਸ 'ਚ ਤਮਿਲ 2004 ਵਿੱਚ ਇਹਨੂੰ ਮਿਲਿਆ ਸੀ, ਸੰਸਕ੍ਰਿਤ 2005, ਕੰਨੜ, ਤੇਲਗੂ, ਮਲਿਆਲਮ ਤੇ ਉੜੀਆ। ਉੜੀਆ ਸਭ ਤੋਂ ਲੇਟੈਸਟ ਹੈ ਜਿਹੜੀ 2014 ਦੇ ਵਿੱਚ ਇਹਨੂੰ ਕਲਾਸੀਕਲ ਦਰਜਾ ਦਿੱਤਾ ਗਿਆ, 6ਵੀਂ ਭਾਸ਼ਾ ਬਣ ਗਈ ਸੀ ਤੇ ਤਮਿਲ ਪਹਿਲੀ ਹੈ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਹੈ। ਇਹ ਸਾਰੀਆਂ 8ਵੀਂ ਅਨੁਸੂਚੀ ਦੇ ਵਿੱਚ ਸੂਚੀਬੱਧ ਹੈ ਤੇ ਤਮਿਲ ਪਹਿਲੀ ਭਾਸ਼ਾ ਸੀ ਜਿਹਨੂੰ 2004 ਦੇ ਵਿੱਚ ਕਲਾਸੀਕਲ ਦਰਜਾ ਪ੍ਰਾਪਤ ਹੋਇਆ ਸੀ। ਕੇਰਲ ਦੀ ਰਾਜ ਭਾਸ਼ਾ ਕਿਹੜੀ ਹੈ ਜੀ? ਕੇਰਲ ਦੀ ਹੈਗੀ ਹੈ ਜੀ ਮਲਿਆਲਮ। ਠੀਕ ਹੈ ਜੀ। ਸੰਵਿਧਾਨ ਦੀ ਧਾਰਾ ਨੋਟ ਕੀ ਕਰਨਾ ਹੈ? ਸੰਵਿਧਾਨ ਦੀ ਧਾਰਾ 143 ਇੱਕ ਦੇ ਵਿੱਚ ਜਿਹੜੀ ਹਿੰਦੀ ਹੈ ਉਹਨੂੰ ਸੈਂਟਰ ਦੀ ਭਾਸ਼ਾ, ਸਰਕਾਰੀ ਭਾਸ਼ਾ ਤੇ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਆਰਟੀਕਲ 243(2) ਕੀ ਕਹਿੰਦਾ ਵੀ ਸੰਵਿਧਾਨ ਸ਼ੁਰੂ ਹੋਣ ਤੇ 26 ਜਨਵਰੀ 1950 ਨੂੰ ਸੰਵਿਧਾਨ ਸ਼ੁਰੂ ਹੋਇਆ। 15 ਸਾਲ ਦੀ ਮਿਆਦ ਤੱਕ ਕਹਿੰਦੇ ਸਰਕਾਰੀ ਕੰਮਕਾਜ ਦੇ ਲਈ ਕੇਂਦਰ ਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਜਾਰੀ ਰੱਖਣ ਦੀ ਵਿਵਸਥਾ ਕੀਤੀ ਗਈ। ਇਹਦਾ ਮਤਲਬ 15 ਸਾਲ ਬਣਨਗੇ ਜੀ 25 ਜਨਵਰੀ 1965 ਤੱਕ। ਇੱਥੇ ਤੱਕ ਇਹ ਅੰਗਰੇਜ਼ੀ ਦੇ ਵਿੱਚ ਹੀ ਕੰਮ ਸਰਕਾਰੀ ਭਾਸ਼ਾ ਦਾ ਹੋਣਾ ਸੀਗਾ ਦਫ਼ਤਰਾਂ ਦੇ ਵਿੱਚ। ਫਿਰ ਇਹਦੇ ਵਿੱਚ ਇੱਕ ਤਜਵੀਜ਼ ਇਹ ਰੱਖੀ ਗਈ ਬਈ ਜਿਹੜੀ ਅੰਗਰੇਜ਼ੀ ਹੈ ਇਹਨੂੰ ਬਾਅਦ ਵਿੱਚ ਵੀ ਕਾਨੂੰਨ ਦੀ ਦੁਆਰਾ ਅਧਿਕਾਰ ਦਿੱਤਾ ਗਿਆ ਵੀ ਇਹਦੀ ਵਰਤ ਸਕਦੇ ਹਾਂ। 25 ਜਨਵਰੀ 1965 ਤੋਂ ਬਾਅਦ ਹੀ ਇਹਨੂੰ ਵਰਤ ਸਕਦੇ ਤੇ ਅੱਜ ਵੀ ਇਹ ਸੰਸਦ ਦੇ ਵਿੱਚ ਇਹਨੂੰ ਵਰਤਿਆ ਜਾ ਰਿਹਾ, ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ ਇਹਨੂੰ ਵਰਤਿਆ ਜਾ ਰਿਹਾ। ਹਾਂਜੀ, ਹੁਣ ਸਵਾਲ ਅਗਲਾ ਹੈ ਭਾਰਤ ਦਾ ਪਹਿਲਾ ਮੁੱਖ, ਇਹ ਇਲੈਕਸ਼ਨ ਕਮਿਸ਼ਨਰ ਦੂਜਾ ਪਾਰਟ ਸ਼ੁਰੂ ਹੋ ਗਿਆ ਜੀ ਆਪਣਾ। ਠੀਕ ਹੈ ਜੀ, ਇਲੈਕਸ਼ਨ ਕਮਿਸ਼ਨਰ ਦੂਜਾ ਭਾਗ ਆਪਾਂ ਅੱਜ ਦਾ ਇਹ ਟੌਪਿਕ ਪੜ੍ਹ ਰਹੇ ਹਾਂ। ਇਹ ਪਹਿਲਾ ਕੌਣ ਸੀ? ਇਹ ਸੁਕੁਮਾਰ ਸੈਨ ਜਿਹੜੇ ਪਹਿਲੇ ਮੁੱਖ ਚੋਣ ਇਲੈਕਸ਼ਨ ਕਮਿਸ਼ਨਰ ਸੀ। ਉਸ ਸਮੇਂ ਗਿਣਤੀ ਇਹਦੀ 1 ਹੀ ਹੁੰਦੀ ਸੀਗੀ, ਅੱਜ ਇਹ 3 ਬਣ ਗਏ। ਠੀਕ ਹੈ ਜੀ, ਇੱਕ ਮੁੱਖ ਬਣ ਗਿਆ ਤੇ ਬਾਕੀ 2 ਹੋਰ ਚੋਣ ਕਮਿਸ਼ਨਰ ਨਾਲ ਸਹਾਇਤਾ ਲਈ ਹੈ। ਹਾਂਜੀ, ਸੁਕੁਮਾਰ ਸੈਨ 1950 ਦੇ ਵਿੱਚ ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਬਣੇ। ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਸੰਵਿਧਾਨ ਅਨੁਸਾਰ ਕੀਤੀ ਗਈ। ਆਰਟੀਕਲ 324 ਤੋਂ 329 ਇਹ ਆਰਟੀਕਲ ਹੈ ਜਿਹੜਾ ਇਹ ਇਲੈਕਸ਼ਨ ਕਮਿਸ਼ਨ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਇਹਦੀਆਂ ਸ਼ਕਤੀਆਂ, ਕਿੰਨਾ ਕਾਰਜਕਾਲ ਹੋਏਗਾ, ਯੋਗਤਾ ਆਦਿ ਦਾ ਵਰਣਨ ਕੀਤਾ ਗਿਆ। ਭਾਗ 15ਵੇਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਵਰਣਨ ਕੀਤਾ ਗਿਆ, ਭਾਗ 15ਵਾਂ ਤੇ ਆਰਟੀਕਲ 324 ਤੋਂ 329। ਠੀਕ ਹੈ ਜੀ। ਤੇ ਇਲੈਕਸ਼ਨ ਕਮਿਸ਼ਨ ਭਾਰਤ ਦੇ ਵਿੱਚ ਇੱਕ ਖੁਦ ਮੁਖਤਿਆਰ ਤੇ ਸੰਵਿਧਾਨਿਕ ਅਥਾਰਟੀ ਹੈ। ਠੀਕ ਹੈ, ਇਹ ਸੰਵਿਧਾਨਿਕ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਇਹਦਾ ਵਰਣਨ ਮਿਲਦਾ ਹੈ। ਜ਼ਿੰਮੇਵਾਰੀ ਇਹਦੇ ਕੋਲ ਹੈਗੀ ਹੈ ਜੀ ਸੈਂਟਰ ਤੇ ਰਾਜ ਸਰਕਾਰਾਂ ਦੀਆਂ ਚੋਣਾਂ ਕਰਵਾਉਣੀਆਂ। ਠੀਕ ਹੈ ਜੀ। ਇਹਦੇ ਵਿੱਚ ਇੱਕ ਮੁੱਖ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਤੇ ਉਹਦੀ ਸਹਾਇਤਾ ਦੇ ਲਈ 2 ਇਲੈਕਸ਼ਨ ਕਮਿਸ਼ਨਰ ਹੁੰਦੇ ਆ। ਨਿਯੁਕਤੀ ਇਹਦੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਜੀ। ਇਹ ਗੱਲਾਂ ਸਾਰੀਆਂ ਨੋਟ ਕਰ ਲੈਣੀਆਂ, ਵੈਰੀ ਇੰਪੋਰਟੈਂਟ ਹੈ ਸਾਰੀਆਂ ਇਲੈਕਸ਼ਨ ਕਮਿਸ਼ਨਰ ਦੇ ਨਾਲ। ਹਾਂਜੀ, ਭਾਰਤ ਦੇ ਮੁੱਖ ਚੋਣ ਇਲੈਕਸ਼ਨ ਕਮਿਸ਼ਨਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਹਾਂਜੀ, ਇਹਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ ਹੁੰਦੀ ਹੈ। ਜਿਹੜਾ ਇਹਨਾਂ ਤੋਂ ਪਹਿਲਾਂ ਪੂਰਾ ਹੋ ਜੇ, ਠੀਕ ਹੈ ਜੀ, 6 ਸਾਲ ਪੂਰੇ ਹੋ ਜਾਣ, ਮੰਨ ਲਓ 50 ਸਾਲ ਦੀ ਉਮਰ ਦੇ ਵਿੱਚ ਕੋਈ ਬੰਦਾ ਚੀਫ ਇਲੈਕਸ਼ਨ ਕਮਿਸ਼ਨਰ ਲੱਗ ਜਾਂਦਾ ਤਾਂ ਉਹ 6 ਸਾਲ ਦੀ ਸਰਵਿਸ ਕਰੇਗਾ ਤੇ 56 ਦੇ ਵਿੱਚ ਰਿਟਾਇਰਡ ਹੋ ਜਾਏਗਾ। ਜੇ ਕੋਈ 62 ਸਾਲ ਦੀ ਉਮਰ ਦੇ ਵਿੱਚ ਮੰਨ ਲਓ ਇਲੈਕਸ਼ਨ ਕਮਿਸ਼ਨਰ ਲੱਗਦਾ ਹੈ ਤਾਂ ਉਹ 65 ਸਾਲ ਦੀ ਉਮਰ ਦੇ ਵਿੱਚ ਰਿਟਾਇਰਡ ਹੋ ਜਾਏਗਾ। ਜਿਹੜਾ ਪਹਿਲਾਂ ਪੂਰਾ ਹੋ ਜੇ ਤਾਂ ਉਹੀ ਮੰਨਿਆ ਜਾਂਦਾ। ਰਾਸ਼ਟਰਪਤੀ ਨੋਟ ਕੀ ਕਰਨਾ ਆਪਾਂ ਇਹਦੇ ਸੰਬੰਧ ਵਿੱਚ? ਰਾਸ਼ਟਰਪਤੀ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਨਿਯੁਕਤੀ ਹੁੰਦੀ ਹੈ ਇਹ ਰਾਸ਼ਟਰਪਤੀ ਦੁਆਰਾ। ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ ਜੋ ਪਹਿਲਾਂ ਪੂਰਾ ਹੋ ਜਾਵੇ।
ਹੁਣ ਇਹਨੂੰ ਰੁਤਬਾ ਸਟੇਟਸ ਕਿਹੜਾ ਮਿਲਦਾ ਜੀ, ਇਹਨੂੰ ਮਿਲਦਾ ਸੁਪਰੀਮ ਕੋਰਟ ਦੇ ਜੱਜਾਂ ਦਾ ਸਟੇਟਸ, ਜਿਹੜੀਆਂ ਤਨਖਾਹਾਂ ਪੱਤੇ ਮਿਲਦੇ ਆ ਸਾਰੇ ਉਹੀ ਮਿਲਦੇ ਆ। ਉਹਦੇ ਤੋਂ ਹਟਾਉਣਾ ਹੋਵੇ ਤਾਂ ਵੀ ਉਹੀ ਪ੍ਰੋਸੈਸ ਜਿਹੜਾ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣਾ ਹੈ ਜੀ, ਠੀਕ ਹੈ ਜੀ। ਇਹੀ ਗਾਂ ਅਗਲੀ ਲਾਈਨ 'ਚ ਲਿਖਿਆ ਗਿਆ, ਹਟਾਉਣ ਦੀ ਪ੍ਰਕਿਰਿਆ ਬਿਲਕੁਲ ਸੇਮ ਹੈ। ਤੇ ਮੁੱਖ ਚੋਣ ਕਮਿਸ਼ਨਰ ਦੀ ਸਿਫਾਰਿਸ਼ ਤੇ ਰਾਸ਼ਟਰਪਤੀ ਜਿਹੜੇ ਦੋ ਚੋਣ ਕਮਿਸ਼ਨਰ ਆ ਜਿਹੜੇ ਉਹਦੀ ਸਹਾਇਤਾ ਲਈ ਬਣਾਏ ਗਏ ਉਹਨਾਂ ਨੂੰ ਹਟਾ ਸਕਦਾ ਹੈ। ਇਹਦੇ ਲਈ ਕੋਈ ਵੀ ਸੁਪਰੀਮ ਕੋਰਟ ਦੇ ਜਿਹੜੇ ਪ੍ਰੋਸੀਜਰ ਨੂੰ ਫੋਲੋ ਕਰਨ ਦੀ ਲੋੜ ਨਹੀਂ, ਜਿਵੇਂ ਜੱਜਾਂ ਨੂੰ ਹਟਾਇਆ ਜਾਂਦਾ ਉਹ ਪ੍ਰੋਸੀਜਰ ਫੋਲੋ ਕਰਨ ਦੀ ਲੋੜ ਨਹੀਂ। ਜੇ ਆਪਾਂ ਦੋ ਹੇਠਲੇ ਜੱਜਾਂ ਨੂੰ ਹਟਾਉਣਾ ਹੈ, ਹੇਠਲੇ ਜਿਹੜੇ ਕਮਿਸ਼ਨਰ ਨੂੰ ਹਟਾਉਣਾ, ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣਾ, ਚੋਣ ਕਮਿਸ਼ਨਰ ਦੇ ਕੋਲ ਸੰਸਦ ਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਕਰਾਉਣ ਦੀ ਸ਼ਕਤੀ ਹੈ, ਠੀਕ ਹੈ ਜੀ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਦਫ਼ਤਰਾਂ ਵਿੱਚ ਵੀ ਚੋਣ ਜਿਹੜਾ ਕਰਾਉਂਦਾ ਹੈ ਉਹ ਇਲੈਕਸ਼ਨ ਕਮਿਸ਼ਨਰ ਹੀ ਕਰਾਉਂਦਾ ਹੈ, ਠੀਕ ਹੈ ਜੀ। ਇਹ ਗੱਲਾਂ ਨੋਟ ਕਰ ਲੈਣੀਆਂ, ਸਾਰੀਆਂ ਇੰਪੋਰਟੈਂਟ ਹੈ ਜੀ। ਨੈਕਸਟ ਅਗਲਾ ਹੈ ਜੀ, ਜੇਕਰ ਕਿਸੇ ਰਾਜਨੀਤਿਕ ਪਾਰਟੀ ਨੂੰ ਡੈਸ਼ ਜਾਂ ਵਧੇਰੇ ਰਾਜਾਂ ਵਿੱਚ ਇੱਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਮੰਨਿਆ ਜਾਂਦਾ ਹੈ ਤਾਂ ਇਹ ਪੂਰੇ ਭਾਰਤ ਵਿੱਚ ਇੱਕ ਰਾਜਨੀਤਿਕ ਪਾਰਟੀ ਬਣ ਜਾਏਗੀ। ਹੁਣ ਦੱਸਣਾ ਵੀ ਕਿੰਨੇ ਰਾਜ ਹੋਣ, ਘੱਟੋ ਘੱਟ ਕਿੰਨੇ ਹੋਣ, ਉਹ ਹੈ ਜੀ 4 ਰਾਜ। ਜੇ 4 ਰਾਜਾਂ ਦੇ ਵਿੱਚ ਕਿਸੇ ਪਾਰਟੀ ਨੂੰ ਰਾਜਨੀਤਿਕ ਪਾਰਟੀ ਦਾ ਦਰਜਾ ਪ੍ਰਾਪਤ ਹੋ ਜਾਂਦਾ, ਖੇਤਰੀ ਪਾਰਟੀ ਦਾ, ਤਾਂ ਉਹਨੂੰ ਰਾਸ਼ਟਰੀ ਪਾਰਟੀ ਦੀ ਵੀ ਮਾਨਤਾ ਪ੍ਰਾਪਤ ਹੋ ਜਾਵੇਗੀ। ਸ਼ਰਤਾਂ ਕੀ ਹੈ ਜੀ ਰਾਸ਼ਟਰੀ ਪਾਰਟੀ ਪ੍ਰਾਪਤ ਬਣਨ ਦੇ ਲਈ? ਲੋਕ ਸਭਾ ਵਿਧਾਨ ਸਭਾ ਦੀਆਂ ਜਿਹੜੀਆਂ ਆਮ ਚੋਣਾਂ 4 ਜਾਂ ਉਸ ਤੋਂ ਵਧੇਰੇ ਰਾਜਾਂ ਦੇ ਵਿੱਚ ਜਿਹੜੀ ਵੋਟ ਹੋਈ ਹੈ ਉਹਦੇ ਵਿੱਚ 6% ਵੋਟ ਪ੍ਰਾਪਤ ਕੀਤੀ ਹੋਵੇ, 6% ਵੈਲਿਡ ਵੋਟਾਂ ਦਾ ਪ੍ਰਾਪਤ ਕੀਤਾ ਹੋਵੇ 4 ਜਾਂ 4 ਤੋਂ ਵਧੇਰੇ ਰਾਜਾਂ ਦੇ ਵਿੱਚ, ਚਾਹੇ ਲੋਕ ਸਭਾ ਦਾ ਇਲੈਕਸ਼ਨ ਹੈ ਚਾਹੇ ਵਿਧਾਨ ਸਭਾ ਇਲੈਕਸ਼ਨ। ਇਹਦੇ ਨਾਲ ਪਲੱਸ ਹੋਰ ਕੀ ਹੈ ਬਈ, ਰਾਜਾਂ ਦੀਆਂ 4 ਸੀਟਾਂ ਜਿੱਤੀਆਂ ਹੁਣ, ਲੋਕ ਸਭਾ ਦੀਆਂ 4 ਸੀਟਾਂ ਪ੍ਰਾਪਤ ਕੀਤੀਆਂ ਹੋਣ, ਠੀਕ ਹੈ ਜੀ। ਇੱਕ ਇਹ ਵੀ ਇਹਦਾ ਧਿਆਨ 'ਚ ਰੱਖ ਲੈਣਾ, 6% ਵੋਟਾਂ ਤੇ 4 ਲੋਕ ਸਭਾ ਦੀਆਂ ਸੀਟਾਂ 'ਚ ਪ੍ਰਾਪਤ ਹੋਣ। ਜਿਹੜਾ ਜਨਰਲ ਇਲੈਕਸ਼ਨ ਹੈ ਲੋਕ ਸਭਾ ਦਾ, ਉਹਦੇ ਵਿੱਚ 2% ਸੀਟਾਂ ਜਿੱਤੀਆਂ ਹੋਣ ਕਿਸੇ ਪਾਰਟੀ ਨੇ। ਟੋਟਲ ਲੋਕ ਸਭਾ ਦੀਆਂ 545 ਸੀਟਾਂ ਜਿੱਤੇ ਚੁਣਾਵ ਹੁੰਦਾ ਹੈ। ਇਹਦਾ ਮਤਲਬ ਜੀ 11 ਸੀਟਾਂ ਤੇ ਇਲੈਕਸ਼ਨ ਜਿੱਤਿਆ ਹੋਵੇ ਤੇ ਘੱਟੋ ਘੱਟ 3 ਰਾਜਾਂ 'ਚੋਂ ਜਿੱਤਿਆ ਹੋਵੇ ਤਾਂ ਉਹ ਪਾਰਟੀ ਵੀ ਨੈਸ਼ਨਲ ਪਾਰਟੀ ਬਣ ਸਕਦੀ ਹੈ। ਤੇ ਤੀਸਰਾ ਹੈ ਵੀ 4 ਰਾਜਾਂ ਦੇ ਵਿੱਚ ਉਹਨੂੰ ਇੱਕ ਸਟੇਟ ਪਾਰਟੀ ਦੇ ਵਜੋਂ ਮਾਨਤਾ ਮਿਲੀ ਹੋਵੇ, ਘੱਟੋ ਘੱਟ 4 ਰਾਜ। ਇਹ ਆਪਾਂ ਹੁਣ ਇੱਕ ਕੁਐਸਚਨ ਇਹੀ ਸੀ ਜਿਹੜਾ ਪੁੱਛਿਆ ਗਿਆ ਸੀ, ਠੀਕ ਹੈ ਜੀ। ਭਾਰਤ ਦੇ ਵਿੱਚ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਚੋਣ ਮੁਹਿੰਮ ਜਿਹੜੀ ਇਲੈਕਸ਼ਨ ਦੇ ਲਈ ਕੈਂਪੇਨ ਹੁੰਦਾ ਹੈ ਉਹ ਕਿੰਨੇ ਹਫ਼ਤਿਆਂ ਦਾ ਹੁੰਦਾ ਜੀ? ਉਹਦੀ ਮਿਆਦ 2 ਹਫ਼ਤਿਆਂ ਦੀ ਹੈ, ਇਹ ਨੋਟ ਕਰ ਲੈਣਾ। ਤੇ ਨੋਟ ਹੋਰ ਕੀ ਕਰਨਾ ਆਪਾਂ ਵੀ, ਇੱਕ ਸੰਵਿਧਾਨਿਕ ਅਥਾਰਟੀ ਹੈ ਲੋਕ ਸਭਾ, ਰਾਜ ਸਭਾ, ਰਾਜਾਂ ਦੀਆਂ ਵਿਧਾਨ ਸਭਾ, ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, 5 ਤਰ੍ਹਾਂ ਦੇ ਇਲੈਕਸ਼ਨ ਕਰਵਾਉਂਦਾ, ਇਹਦੀ ਜ਼ਿੰਮੇਵਾਰੀ ਹੈ, ਠੀਕ ਹੈ ਜੀ। ਜਿਹੜੇ ਆਪਣੇ ਸਟੇਟ ਦੇ ਵਿੱਚ ਇਲੈਕਸ਼ਨ ਕਰਾਏ ਜਾਂਦੇ ਆ, ਨਗਰ ਪਾਲਿਕਾ, ਨਗਰ ਨਿਗਮ, ਪੰਚਾਇਤੀ ਇਲੈਕਸ਼ਨ, ਇਹਦੀ ਜ਼ਿੰਮੇਵਾਰੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਹੈ। ਤੇ ਭਾਰਤ ਦੇ ਵਿੱਚ ਉਮੀਦਵਾਰਾਂ ਦੀ ਅੰਤਮ ਸੂਚੀ ਦੀ ਘੋਸ਼ਣਾ ਤੇ ਪੋਲਿੰਗ ਦੀ ਮਿਤੀ ਦੇ ਵਿਚਕਾਰ 2 ਹਫ਼ਤਿਆਂ ਦੀ ਜਿਹੜੀ ਮਿਆਦ ਆ ਉਹ ਹੁੰਦੀ ਹੈ। ਜਿਸ ਦਿਨ ਉਮੀਦਵਾਰਾਂ ਦੇ ਅੰਤਿਮ ਸੂਚੀ ਦੀ ਘੋਸ਼ਣਾ ਹੋ ਗਈ ਉਸ ਤੋਂ ਕੈਂਪੇਨ ਸ਼ੁਰੂ ਹੋ ਜਾਂਦਾ ਹੈ, ਇਲੈਕਸ਼ਨ ਕੈਂਪੇਨ, ਤੇ ਇਹ ਚੱਲਦਾ ਜੀ 2 ਹਫ਼ਤਿਆਂ ਦੀ ਮਿਆਦ ਹੁੰਦੀ ਹੈ ਜਿਹਦੇ ਵਿਚਕਾਰ ਚੋਣ ਮੁਹਿੰਮ ਚੱਲੀ ਜਾਂਦੀ ਹੈ। ਹੁਣ ਇਹ ਜਿੱਦਣ ਵੋਟਿੰਗ ਹੁੰਦੀ ਹੈ ਇਲੈਕਸ਼ਨ ਕੈਂਪੇਨ ਉਸ ਤੋਂ ਪਹਿਲਾਂ ਖਤਮ ਹੋ ਜਾਂਦਾ। ਇਹ ਵੀ ਇੱਕ ਕੁਐਸਚਨ ਮੈਂ ਐਡ ਕੀਤਾ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਭਾਰਤ ਦੇ ਚੋਣ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ? ਇਹ ਹੋਈ ਸੀ 1950 ਦੇ ਵਿੱਚ। ਹਾਂਜੀ, ਨੋਟ ਕੀ ਕਰਨਾ ਆਪਾਂ? ਸਭ ਤੋਂ ਪਹਿਲਾਂ ਤਾਂ ਇੱਕ ਸਥਾਈ ਤੇ ਆਜ਼ਾਦ ਤੇ ਨਿਰਪੱਖ ਚੋਣ ਇਲੈਕਸ਼ਨ ਕਮਿਸ਼ਨ ਭਾਰਤ ਦੀ ਇੱਕ ਸੰਵਿਧਾਨਿਕ ਸੰਸਥਾ। 25 ਜਨਵਰੀ 1950 ਨੂੰ ਇਹ ਚੋਣ ਕਮਿਸ਼ਨ ਦਾ ਗਠਨ ਹੋਇਆ ਸੀ। ਇਹਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਹੈ ਜੀ, ਜਿਹਨੂੰ ਨਿਰਵਾਚਨ ਸਦਨ ਕਿਹਾ ਜਾਂਦਾ ਜੀ। 324 ਆਰਟੀਕਲ ਹੈ ਜਿਹੜਾ ਉਹਦੇ ਤਹਿਤ ਇਲੈਕਸ਼ਨ ਕਮਿਸ਼ਨ ਸੰਸਦ ਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਕਰਾਉਣ ਦਾ ਜਿਹੜਾ ਸੰਵਿਧਾਨ ਆ ਹੁਕਮ ਦਿੰਦਾ ਇਲੈਕਸ਼ਨ ਕਮਿਸ਼ਨ, ਠੀਕ ਹੈ ਜੀ। ਜਿਹੜੀਆਂ ਨਗਰ ਪੰਚਾਇਤ ਤੇ ਨਗਰ ਪਾਲਿਕਾ ਦੀ ਚੋਣ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ, ਇਹ ਕਰਾਉਂਦਾ ਜੀ ਸਟੇਟ ਇਲੈਕਸ਼ਨ ਕਮਿਸ਼ਨ ਦੋਨੋਂ ਚੋਣਾਂ, ਠੀਕ ਹੈ ਜੀ। ਇੱਕ ਮੁੱਖ ਚੋਣ ਕਮਿਸ਼ਨਰ ਹੋਏਗਾ ਤੇ 2 ਚੋਣ ਕਮਿਸ਼ਨਰ ਹੋਣਗੇ। ਕਾਰਜਕਾਲ 6 ਸਾਲ ਜਾਂ 65 ਸਾਲ ਜੋ ਪਹਿਲਾਂ ਪੂਰਾ ਹੋ ਜਾਵੇ ਉਹ ਹੋਏਗਾ। ਨਿਯੁਕਤੀ ਇਹਦੀ ਰਾਸ਼ਟਰਪਤੀ ਦੁਆਰਾ ਕੀਤੀ ਜਾਏਗੀ ਤੇ ਸੁਕੁਮਾਰ ਸਿੰਘ ਭਾਰਤ ਦੇ ਪਹਿਲੇ ਮੁੱਖ ਇਲੈਕਸ਼ਨ ਕਮਿਸ਼ਨਰ ਹੋਣਗੇ। ਤੇ ਪਹਿਲੀ ਜਿਹੜੀ ਮਹਿਲਾ ਬਣੀ ਆ, ਇੱਕ ਮਹਿਲਾ ਬਣੀ ਆ, ਉਹ ਹੈ BS ਰਮਾ ਦੇਵੀ, ਜਿਹੜੀ ਮੁੱਖ ਚੋਣ ਕਮਿਸ਼ਨਰ ਹਾਲੇ ਤੱਕ ਬਣੀ ਹੈ। ਹਾਂਜੀ, ਚੋਣ ਕਮਿਸ਼ਨ ਨੂੰ ਹਟਾਇਆ ਜਾ ਸਕਦਾ ਹੈ। ਇਹਨੂੰ ਹਟਾਉਣਾ ਹੈ, ਇਹਨੂੰ ਹਟਾ ਸਕਦਾ ਹੈ ਜੀ। ਇੱਥੇ ਮੂਰੇ ਸ਼ਬਦ ਨਹੀਂ ਲਾਇਆਗਾ ਮੁੱਖ, ਜੇ ਮੁੱਖ ਸ਼ਬਦ ਲਾਇਆ ਹੁੰਦਾ ਤਾਂ ਇਹਨੂੰ ਹਟਾਇਆ ਜਾਣਾ ਸੀ, ਉਸੇ ਪ੍ਰੋਸੀਜਰ ਨੂੰ ਫੋਲੋ ਕਰਨਾ ਸੀ ਜਿਹੜਾ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਲਈ ਕਰਦੇ ਆ। ਇੱਥੇ ਹੋ ਰਹੀ ਹੈ 2 ਜਿਹੜੇ ਚੋਣ ਕਮਿਸ਼ਨਰ ਹੈ ਉਹਨਾਂ ਨੂੰ ਮੁੱਖ ਚੋਣ ਕਮਿਸ਼ਨਰ ਦੀ ਸਿਫਾਰਿਸ਼ ਤੇ ਰਾਸ਼ਟਰਪਤੀ ਹਟਾ ਸਕਦਾ। ਇਹਦਾ ਰਾਈਟ ਆਨਸਰ ਬਣੂਗਾ ਜੀ ਸੀ। ਹਟਾਉਣ ਦੀ ਵਿਧੀ ਦੀ ਗੱਲ ਕਰਦੇ ਹਾਂ ਜੀ। ਹਾਈ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ ਤੇ ਮੁੱਖ ਚੋਣ ਕਮਿਸ਼ਨਰ ਦੀ ਗੱਲ ਹੋ ਰਹੀ ਹੈ ਇੱਥੇ, ਜਾਂ ਕੈਗ ਜਿਹਨੂੰ ਆਪਾਂ ਕੰਟਰੋਲਰ ਆਡੀਟਰ ਜਨਰਲ ਕਹਿੰਦੇ ਆ, ਜੇ ਸਾਬਤ ਹੋ ਜੇ ਵੀ ਉਹਨੇ ਦੁਰਵਿਹਾਰ ਕੀਤਾ ਹੈ ਜਾਂ ਉਹਦੇ ਕੋਲ ਕੰਮ ਕਰਨ ਦੀ ਅਸਮਰੱਥਾ ਹੈ ਨਹੀਂ ਜਿਹੜਾ ਕੰਮ ਉਹਨੂੰ ਸੌਂਪਿਆ ਗਿਆ, ਤਾਂ ਸੰਸਦ ਹੈ ਜਿਹੜੀ ਉਹਨੂੰ ਦੁਆਰਾ ਇੱਕ ਮਤਾ ਪਾਸ ਕੀਤਾ ਜਾਏਗਾ ਤੇ ਉਹਨੂੰ ਉਹਦੇ ਤੋਂ ਹਟਾਇਆ ਜਾਏਗਾ। ਇਹ ਮਤਾ ਪਾਸ ਕਰਨ ਦੇ ਲਈ ਵਿਸ਼ੇਸ਼ ਬਹੁਮਤ ਦੀ ਲੋੜ ਹੁੰਦੀ ਹੈ, 2/3 ਜਾਂ ਕੁੱਲ ਮੈਂਬਰ। ਇਹ ਹਾਜ਼ਰ ਮੈਂਬਰਾਂ ਦਾ 2/3 ਹੁੰਦਾ ਜੀ, ਹਮੇਸ਼ਾ ਯਾਦ ਰੱਖ ਲਿਓ। ਤੇ ਕੁੱਲ ਮੈਂਬਰਾਂ ਦਾ 50% ਤੋਂ ਵੱਧ ਵੋਟਿੰਗ ਦੀ ਲੋੜ ਹੁੰਦੀ ਹੈ। ਜੇ ਵੋਟਿੰਗ ਉਸ ਪ੍ਰਸਤਾਵ ਦੇ ਫੇਵਰ 'ਚ ਪੈ ਜਾਏ ਤਾਂ ਇਹਨਾਂ ਸਾਰਿਆਂ ਨੂੰ ਹਟਾਇਆ ਜਾ ਸਕਦਾ, ਚਾਹੇ ਉਹ ਸੁਪਰੀਮ ਕੋਰਟ ਦਾ ਜੱਜ ਹੈ, ਚਾਹੇ ਹਾਈ ਕੋਰਟ ਦਾ ਜੱਜ ਹੈ, ਚਾਹੇ ਕੈਗ ਹੈ, ਚਾਹੇ ਚੀਫ ਇਲੈਕਸ਼ਨ ਕਮਿਸ਼ਨਰ ਹੈ। ਹਾਂਜੀ, ਇਹਨੂੰ ਹਟਾਉਣ ਦੇ ਲਈ ਆਰਟੀਕਲ 324(5) ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ, ਸਾਰਾ ਕੁਝ ਦੱਸਿਆ ਗਿਆ ਵੀ ਕਿਵੇਂ ਹਟਾਇਆ ਜਾਏਗਾ।
ਕਹਿੰਦੇ ਜੱਜਾਂ ਨੂੰ ਹਟਾਉਣਾ ਹੈ, ਕੈਗ ਨੂੰ ਹਟਾਉਣਾ ਹੈ, ਚੀਫ ਇਲੈਕਸ਼ਨਰ ਕਮਿਸ਼ਨਰ, CEC ਦਾ ਮਤਲਬ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣਾ ਹੈ। ਇਹਦੇ ਲਈ ਇੰਪੀਚਮੈਂਟ ਸ਼ਬਦ ਨਹੀਂ ਵਰਤਿਆ ਜਾਂਦਾ। ਇੰਪੀਚਮੈਂਟ ਸ਼ਬਦ ਦੀ ਵਰਤੋਂ ਸਿਰਫ ਰਾਸ਼ਟਰਪਤੀ ਨੂੰ ਹਟਾਉਣ ਲਈ ਵਰਤੀ ਜਾਂਦੀ ਹੈ। ਇਹ ਨੋਟ ਕਰ ਲੈਣਾ ਹੈ ਵੀ ਜੇ ਇਹ ਸਵਾਲ ਬਣ ਕੇ ਆ ਜੇ ਵੀ ਇੰਪੀਚਮੈਂਟ ਦੀ ਵਿਧੀ ਦੇ ਨਾਲ ਕਿਹਨੂੰ ਹਟਾਇਆ ਜਾ ਸਕਦਾ, ਤਾਂ ਕੇਵਲ ਰਾਸ਼ਟਰਪਤੀ ਨੂੰ ਹੀ ਹਟਾਇਆ ਜਾ ਸਕਦਾ। ਭਾਰਤ ਦੀ ਮੁੱਖ ਚੋਣ ਕਮਿਸ਼ਨਰ ਬਣਨ ਵਾਲੀ ਪਹਿਲੀ ਔਰਤ ਕੌਣ ਸੀ? ਇਹਦਾ ਰਾਈਟ ਆਨਸਰ ਹੈ ਜੀ VS ਰਮਾ ਦੇਵੀ। ਇੱਕ ਕੀ ਬਣੀ ਹੈ ਜੀ? ਹਾਂਜੀ, ਨੋਟ ਕੀ ਕਰਨਾ ਹੈ ਜੀ, VS ਰਮਾ ਦੇਵੀ ਪਹਿਲੀ ਮਹਿਲਾ ਬਣੀ ਹੈ ਜੀ ਚੋਣ ਕਮਿਸ਼ਨਰ, ਤੇ ਇਹ 9ਵੀਂ ਚੋਣ ਕਮਿਸ਼ਨਰ ਦੇ ਵਜੋਂ ਇਹਨਾਂ ਨੇ ਸੇਵਾ ਨਿਭਾਈ ਸੀ 1990 ਦੇ ਵਿੱਚ। ਇਹ ਗੱਲਾਂ ਨੋਟ ਕਰ ਲੈਣੀਆਂ। ਤੇ ਹੁਣ ਤੱਕ ਇੱਕ ਹੀ ਬਣੀ ਹੈ, ਕੋਈ ਹੋਰ ਦੂਜੀ ਮਹਿਲਾ ਨਹੀਂ ਬਣੀ ਹੈ। ਠੀਕ ਹੈ ਜੀ, ਰਮਾ ਦੇਵੀ ਦਾ ਨਾਮ ਯਾਦ ਕਰ ਰੱਖ ਲੈਣਾ। EVM ਜਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਕੀਤੀ ਗਈ ਸੀ? ਸਭ ਤੋਂ ਪੜ੍ਹਿਆ ਲਿਖਿਆ ਰਾਜ ਹੈਗਾ ਜੀ ਕੇਰਲਾ, ਤੇ ਉਹਦੇ ਵਿੱਚ ਹੀ ਇਹ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਗਈ ਸੀ EVM ਦੀ। ਠੀਕ ਹੈ। ਹਾਂਜੀ, ਇਨ ਦੀ ਕੰਟੈਕਸਟ ਆਫ ਇਲੈਕਸ਼ਨ ਇਨ ਇੰਡੀਆ, ਭਾਰਤ ਵਿੱਚ ਇਲੈਕਸ਼ਨ ਦੇ ਸੰਦਰਭ ਦੇ ਵਿੱਚ ਜਿਹੜੀ ਟਰਮ ਹੈ VVPAT, ਇਹਦਾ ਕੀ ਅਰਥ ਹੈ? ਹਾਂਜੀ, ਇਹਦਾ ਅਰਥ ਹੈ ਜੀ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰਾਇਲ। ਠੀਕ ਹੈ ਜੀ, ਹੁਣ ਧਿਆਨ ਰੱਖ ਲੈਣਾ, ਪੇਪਰ ਆਡਿਟ ਟਰਾਇਲ ਹੈ, ਉਹ ਨਾ ਤਾਂ ਇਹਦੇ 'ਚ ਆਡਿਟ ਸ਼ਬਦ ਹੈ ਨਾ ਇਹਦੇ 'ਚ, ਇਹਦੇ ਵਿੱਚ ਆਇਆ, ਇਹਦੇ ਵਿੱਚ ਪ੍ਰੈਸ ਆ ਗਿਆ ਜੀ। ਠੀਕ ਹੈ ਜੀ, ਪੇਪਰ ਆਡਿਟ ਟਰਾਇਲ ਹੈ, ਵੋਟਰ ਵੈਰੀਫਾਈਏਬਲ, ਇਹ ਸਾਰੇ ਆਪਸ਼ਨਾਂ ਦੇ ਨਾਲ ਮਿਲ ਜਾਏਗਾ। ਆਖਰੀ 3 ਆਪਸ਼ਨਾਂ ਤੋਂ ਤੁਹਾਡਾ ਆਨਸਰ ਕਲਿੱਕ ਹੋਣਾ ਜੀ। ਨੋਟ ਕੀ ਕਰਨਾ ਜੀ ਆਪਾਂ? ਸਭ ਤੋਂ ਪਹਿਲਾਂ VVPAT ਦਾ ਹੀ ਫੁੱਲ ਫਾਰਮ ਦੱਸਤੀ, ਵੈਰੀਫਾਈਏਬਲ ਪੇਪਰ ਆਡਿਟ ਟਰਾਇਲ ਹੈ। ਠੀਕ ਹੈ ਜੀ, ਇਹ ਪ੍ਰਣਾਲੀ ਹੈ ਜਿਹੜੀ ਵੋਟਰਾਂ ਨੂੰ ਉਹਨਾਂ ਦੀ ਵੋਟ ਦੀ ਪੁਸ਼ਟੀ ਕਰਦੀ ਹੈ ਵੀ ਤੁਹਾਡੀ ਵੋਟ ਦਾ ਭੁਗਤਾਨ ਹੋ ਗਿਆ। ਪਹਿਲੀ ਵਾਰ ਇਸ ਨੂੰ 2013 ਦੇ ਵਿੱਚ ਅਪਣਾਇਆ ਗਿਆ ਸੀ, ਤੇ 2019 ਦੀਆਂ ਆਮ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਤੇ 543 ਲੋਕ ਸਭਾ ਦੇ ਹਲਕਿਆਂ ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ। ਸਵਾਲ ਬਣ ਕੇ ਆ ਗਿਆ ਵੀ ਸਾਰੀਆਂ ਲੋਕ ਸਭਾ ਸੀਟਾਂ ਦੇ ਕਦੋਂ? 2019 ਦੀਆਂ ਚੋਣਾਂ ਦੇ ਵਿੱਚ। ਜੇ ਐਂ ਅੱਜ ਵੀ ਪਹਿਲੀ ਵਾਰ ਕਦੋਂ? 2013 ਦੇ ਵਿੱਚ। ਇਹ ਵਰਤੋਂ ਕੀਤੀ ਗਈ ਸੀ ਨਾਗਾਲੈਂਡ ਦੇ ਵਿੱਚ, ਤੇ ਨੋਕਸਟੇਨ ਵਿਧਾਨ ਸਭਾ ਖੇਤਰ ਦੇ ਵਿੱਚ ਇਹਦੀ ਵਰਤੋਂ ਕੀਤੀ ਗਈ ਸੀ। ਹਾਊ ਮੈਨੀ ਪੋਲੀਟੀਕਲ ਪਾਰਟੀਜ਼ ਇਨ ਇੰਡੀਆ ਹੈਵ ਬੀਨ ਨੈਸ਼ਨਲ ਪਾਰਟੀ ਸਟੇਟਸ? ਅੱਜ ਦੇ ਸਮੇਂ ਵਿੱਚ ਕਿੰਨੀਆਂ ਪਾਰਟੀਆਂ ਜਿਨ੍ਹਾਂ ਨੂੰ ਨੈਸ਼ਨਲ ਪਾਰਟੀ ਦਾ ਰੁਤਬਾ ਪ੍ਰਾਪਤ ਹੈ? ਉਹਨਾਂ ਦੀ ਗਿਣਤੀ ਹੈਗੀ ਜੀ 8। ਹਾਂਜੀ, ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸੀ? ਇਹ ਹੋਈਆਂ ਸੀ 1951-52 ਦੇ ਵਿੱਚ। ਠੀਕ ਹੈ ਜੀ, ਹੁਣ ਜੀ ਨੋਟ ਕਰ ਲਓ ਵੀ ਪਹਿਲੀਆਂ ਆਮ ਚੋਣਾਂ ਦੀ ਸ਼ੁਰੂਆਤ 25 ਅਕਤੂਬਰ 1951 ਨੂੰ ਹੋ ਗਈ ਸੀ, ਤੇ 21 ਫਰਵਰੀ 1952 ਤੱਕ ਇਹ ਸਾਰਾ ਕੰਮ ਸਮਾਪਤ ਹੋ ਗਿਆ ਸੀ। ਤੇ ਇਹ ਚੋਣਾਂ ਦੇ ਵਿੱਚ ਬਾਲਗ ਮਤ, ਵਿਸ਼ਵ ਵਿਆਪੀ ਯੂਨੀਵਰਸਲ ਬਾਲਗ ਵੋਟ ਮਤ ਅਧਿਕਾਰ ਕਹਿੰਦੇ ਆ, ਉਹਦੇ ਆਧਾਰ ਤੇ ਵੋਟਾਂ ਪਈਆਂ ਸੀ। ਤੇ ਨੋਟ ਕਰਨਾ ਹੈ ਜੀ 21 ਸਾਲ ਦੀ ਉਮਰ ਜਾਂ ਉਸ ਤੋਂ ਬਾਅਦ ਕੋਈ ਵੀ ਵਿਅਕਤੀ ਵੋਟ ਪਾ ਸਕਦਾ। ਉਸ ਸਮੇਂ 21 ਸਾਲ ਸੀ। ਠੀਕ ਹੈ ਜੀ, 61ਵੀਂ ਸੋਧ ਦੇ ਵਿੱਚ 18 ਹੋ ਗਈ ਸੀਗੀ, ਪਰ ਉਸ ਸਮੇਂ 21 ਸਾਲ ਸੀ। ਚੋਣਾਂ ਤੋਂ ਪਹਿਲਾਂ ਸਤੰਬਰ 1951 ਦੇ ਵਿੱਚ ਇੱਕ ਮੌਕ ਜਿਹੜਾ ਇਲੈਕਸ਼ਨ ਕਰਵਾਇਆ ਗਿਆ ਸੀ, ਕਿਉਂਕਿ ਲੋਕਾਂ ਨੂੰ ਤਜਰਬਾ ਨਹੀਂ ਸੀ ਵੋਟ ਪਾਉਣ ਦਾ, ਉਹ ਇਲੈਕਸ਼ਨ ਪ੍ਰੋਸੈਸ ਤੋਂ ਅਣਜਾਣ ਸੀ, ਇਸ ਕਰਕੇ ਮੌਕ ਵੀ ਕਰਵਾਈ ਗਈ ਸੀ ਸਤੰਬਰ 51 ਦੇ ਵਿੱਚ। ਤੇ ਕਾਂਗਰਸ ਪਾਰਟੀ ਬਹੁਤ ਬਹੁਮਤ ਦੇ ਨਾਲ ਜਿੱਤ ਕੇ ਆਈ ਸੀ, ਤੇ ਪਹਿਲੇ ਇਲੈਕਸ਼ਨ ਕਮਿਸ਼ਨਰ ਸੀ ਸੁਕੁਮਾਰ ਸਿੰਘ। ਇਹ ਇੰਪੋਰਟੈਂਟ ਹੈ, ਸਾਰੀਆਂ ਗੱਲਾਂ ਇਹ ਨੋਟ ਕਰ ਲੈਣੀਆਂ ਜੀ। 1990 ਦੇ ਵਿੱਚ ਦਿਨੇਸ਼ ਗੋਸਵਾਮੀ ਕਮੇਟੀ ਬਣੀ ਸੀ ਜੀ, ਉਹਦਾ ਸੰਬੰਧ ਹੈ ਕਿਸ ਨਾਲ ਹੈ, ਜੋ ਉਸਨੇ ਕਿਸ ਦੇ ਸੰਬੰਧ ਵਿੱਚ ਸਿਫਾਰਸ਼ਾਂ ਕੀਤੀਆਂ? ਉਹ ਸੀ ਚੋਣ ਸੁਧਾਰ ਦੇ ਨਾਲ। ਠੀਕ ਹੈ ਜੀ, ਇਲੈਕਟੋਰਲ ਰਿਫਾਰਮਸ ਦੇ ਨਾਲ ਸੰਬੰਧਿਤ ਹੈ ਜੀ ਇਹ। EVM ਜਿਹੜੀਆਂ ਮਸ਼ੀਨਾਂ ਹੈ ਉਹਦੇ ਵਿੱਚ ਨੋਟਾ ਬਟਨ ਜਿਹੜਾ ਹੈਗਾ ਨਨ ਆਫ ਦੀ ਅਬਵ, ਇਹਦਾ ਮਤਲਬ ਹੈ ਜੀ ਨਨ ਆਫ ਦਾ ਅਬਵ। ਇਹ ਕਦੋਂ ਕਿਹੜੇ ਸਾਲ ਸ਼ਾਮਿਲ ਕੀਤਾ ਗਿਆ? ਇਹ 2013 ਦੇ ਵਿੱਚ ਇਹਨੂੰ ਨੋਟਾ ਸ਼ਬਦ ਨੂੰ ਸ਼ਾਮਿਲ ਕੀਤਾ। ਹਾਂਜੀ, ਕਿਸ ਰਾਜ ਦੀਆਂ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਸਭ ਤੋਂ ਵੱਧ ਹੈ ਜੀ? ਉਹ ਹੈ ਜੀ ਉੱਤਰ ਪ੍ਰਦੇਸ਼। ਇਹਦੇ ਵਿੱਚ 80 ਲੋਕ ਸਭਾ ਦੀਆਂ ਜਿਹੜੀਆਂ ਸੀਟਸ ਹੈ। ਬਹੁਤ ਵਾਰ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਗਿਆ ਸਵਾਲ। ਚੋਣ ਪ੍ਰਚਾਰ ਕਦੋਂ ਖਤਮ ਹੁੰਦਾ? ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਜੀ 48 ਘੰਟੇ ਪਹਿਲਾਂ ਖਤਮ ਹੁੰਦਾ ਜੀ, ਇਹ ਗੱਲ ਧਿਆਨ ਰੱਖਣੀ ਹੈ। 48 ਘੰਟੇ ਜਿਹੜੇ ਪਹਿਲਾਂ ਖਤਮ ਹੁੰਦਾ ਹੈ ਪੋਲਿੰਗ ਬੰਦ ਹੋਣ ਤੋਂ। ਪੋਲਿੰਗ ਸ਼ੁਰੂ ਹੋਣ ਤੋਂ ਨਹੀਂ ਲੈਣਾ। ਜਿਵੇਂ ਅੱਜ ਪੋਲਿੰਗ ਹੋ ਰਹੀ ਹੈ, ਵੋਟਰ ਆਪਣੀ ਵੋਟ ਪੋਲ ਕਰ ਰਹੇ ਆ, 5 ਵਜੇ ਤੱਕ ਦਾ ਟਾਈਮ ਹੈ। ਠੀਕ ਹੈ ਜੀ, ਅੱਜ ਤੋਂ ਪਿੱਛੇ 48 ਘੰਟੇ ਪਹਿਲਾਂ ਇਹ ਜਿਹੜਾ ਚੋਣ ਪ੍ਰਚਾਰ ਬੰਦ ਹੋ ਜਾਏਗਾ। ਠੀਕ ਹੈ ਜੀ, ਵੋਟਾਂ ਸ਼ੁਰੂ ਹੋਣ ਤੋਂ ਨਹੀਂ ਲੈਣਾ ਆਪਾਂ, ਵੋਟਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ ਲੈਣਾ। ਸਾਰੀਆਂ ਆਪਸ਼ਨਾਂ ਮਿਲਣਗੀਆਂ ਤੁਹਾਨੂੰ। 48 ਘੰਟੇ ਪਹਿਲਾਂ ਪੋਲ ਸ਼ੁਰੂ ਹੋਣ ਤੋਂ ਨਹੀਂ ਲੈਣੀ ਜੀ, ਆਪਾਂ ਲੈਣੀ ਹੈ ਜੀ ਪੋਲ ਬੰਦ ਜਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ। ਹਾਂਜੀ, EVM ਦੇ ਸੰਬੰਧ ਦੇ ਵਿੱਚ ਧਿਆਨ ਰੱਖਣਾ ਹੈ ਜੀ, ਪਹਿਲੀ ਵਾਰ 1998 ਅਤੇ 2001 ਦੇ ਵਿਚਕਾਰ ਪੜਾਅਵਾਰ ਢੰਗ ਦੇ ਨਾਲ EVM ਦੀ ਵਰਤੋਂ ਕੀਤੀ ਗਈ। ਠੀਕ ਹੈ ਜੀ। ਹਾਂਜੀ, ਇਲੈਕਟ੍ਰੋਨਿਕ ਵੋਟਿੰਗ ਦੀ ਜਿਹੜੀ ਸ਼ੁਰੂਆਤ ਤੋਂ ਪਹਿਲਾਂ ਕਾਗਜ਼ੀ ਬੈਲਟ ਚੱਲਦੇ ਸੀਗੇ। ਠੀਕ ਹੈ ਜੀ, ਉਹਨਾਂ ਦੀ ਗਿਣਤੀ ਕੀਤੀ ਜਾਂਦੀ ਸੀ, ਕਾਫੀ ਲੰਬਾ ਸਮਾਂ ਲੱਗ ਜਾਂਦਾ ਸੀ। ਠੀਕ ਹੈ, ਦਸਤੀ ਗਿਣਤੀ ਕੀਤੀ ਜਾਂਦੀ, ਬਾਈ ਹੈਂਡ ਗਿਣਤੀ ਹੁੰਦੀ ਸੀ। EVM ਦੀ ਸਭ ਤੋਂ ਪਹਿਲਾਂ ਵਰਤੋਂ 1982 ਦੇ ਵਿੱਚ ਕੇਰਲਾ ਦੇ ਵਿੱਚ ਕੀਤੀ ਗਈ ਸੀ। ਠੀਕ ਹੈ ਜੀ, ਉੱਤਰੀ ਪਰਾਵੁਰ ਵਿਧਾਨ ਸਭਾ ਅਸੈਂਬਲੀ ਹਲਕੇ ਦੇ ਵਿੱਚ ਇਹਦੀ ਵਰਤੋਂ ਕੀਤੀ ਗਈ ਸੀ। 2014 ਦੇ ਵਿੱਚ ਜਿਹੜੀਆਂ ਆਮ ਇਲੈਕਸ਼ਨ ਹੋਈ, ਜਨਰਲ ਇਲੈਕਸ਼ਨ ਹੋਈ ਸੀ, ਉਹਦੇ ਵਿੱਚ ਵੀ EVM ਦੀ ਵਰਤੋਂ ਕੀਤੀ ਗਈ ਸੀ। ਸਾਰੇ ਲੋਕ ਸਭਾ 545 ਸੀਟਾਂ 'ਤੇ ਵਰਤੋਂ ਕੀਤੀ ਗਈ ਸੀ 2014 ਦੇ ਵਿੱਚ। ਜੇ ਗੱਲ ਕਰ ਲਈਏ ਕਿਸੇ ਸਟੇਟ ਦੀ, ਤਾਂ ਗੋਆ ਵਿਧਾਨ ਸਭਾ ਜਿਹੜਾ ਸੀ, ਜਿੱਥੇ ਆਮ ਚੋਣਾਂ ਦੇ ਵਿੱਚ EVM ਦੀ ਪਹਿਲੀ ਵਾਰ ਵਰਤੋਂ 1999 ਦੇ ਵਿੱਚ ਕੀਤੀ ਗਈ। ਇਹ ਕੁਐਸਚਨ ਕਿਸ ਟਾਈਪ ਦਾ ਹੁੰਦਾ, ਉਹਨੂੰ ਧਿਆਨ 'ਚ ਰੱਖ ਕੇ ਜਿਹੜੇ ਇਹਦੇ ਆਨਸਰ ਬਣਨਗੇ। ਤੇ ਪਰ ਸਾਰੇ ਇੰਪੋਰਟੈਂਟ ਫੈਕਟ ਤੁਹਾਨੂੰ ਮੈਂ ਅੱਜ ਇਹ ਦੇ ਰਿਹਾ ਇੱਥੇ। ਹਾਂਜੀ, ਅਗਲਾ ਟੌਪਿਕ ਆਪਣਾ ਆ ਗਿਆ ਜੀ ਕੈਗ ਦਾ। ਇਹ ਵੀ ਬਹੁਤ ਇੰਪੋਰਟੈਂਟ ਹੈ। 148 ਆਰਟੀਕਲ ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਜੀ।
ਹਾਂਜੀ, ਜਿਹੜਾ ਕੈਗ ਹੈ ਜਿਹਨੂੰ ਆਪਾਂ ਕੰਟਰੋਲਰ ਐਂਡ ਆਡੀਟਰ ਜਨਰਲ ਕਿਹਾ ਜਾਂਦਾ, ਇਹਦਾ ਕਾਰਜਕਾਲ ਕਿੰਨਾ ਹੁੰਦਾ ਜੀ? ਇਹ 6 ਸਾਲ ਹੁੰਦਾ ਜੀ। ਨੋਟ ਕੀ ਕਰਨਾ ਹੈ, ਇਹ ਸੰਵਿਧਾਨਿਕ ਸੰਸਥਾ ਹੈ ਕਿਉਂਕਿ ਸੰਵਿਧਾਨ 'ਚ ਦਰਜ ਹੋ ਗਈ 148 ਆਰਟੀਕਲ ਦੇ ਵਿੱਚ, ਤੇ ਇੱਕ ਨਿਰਪੱਖ ਤੇ ਸੁਤੰਤਰ ਦਫ਼ਤਰ ਹੈ, ਤੇ ਇਹ ਸਰਵਉੱਚ ਆਡਿਟ ਸੰਸਥਾ ਹੈ ਜਿਹੜੀ ਆਡਿਟ ਕਰਦੀ ਹੈ ਅਕਾਊਂਟ ਦਾ, ਲੇਖਿਆਂ ਦਾ ਹੇਰ-ਫੇਰ ਕੱਢਦੀ ਹੈ। ਉਹ ਸਭ ਤੋਂ ਵੱਡੀ ਸੰਸਥਾ ਕੈਗ ਹੈ। ਭਾਰਤ ਦੇ ਰਾਸ਼ਟਰਪਤੀ ਦੁਆਰਾ ਇਹਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਕਾਰਜਕਾਲ 6 ਸਾਲ ਜਾਂ 65 ਸਾਲ ਜੋ ਵੀ ਪਹਿਲਾਂ ਪੂਰਾ ਹੋਵੇ ਉਹ ਹੈ ਜੀ। ਜਿਵੇਂ ਇਹ ਕਾਰਜਕਾਲ ਆਪਾਂ ਮੁੱਖ ਇਲੈਕਸ਼ਨ ਕਮਿਸ਼ਨਰ ਤੇ ਵੀ ਇਹੀ ਲੱਗਦਾ ਹੈ ਤੇ ਸੁਪਰੀਮ ਕੋਰਟ ਦੇ ਜੱਜਾਂ ਤੇ ਵੀ ਇਹੀ ਲੱਗਦਾ। ਹਾਈ ਕੋਰਟ ਦਾ 62 ਸਾਲ ਹੁੰਦਾ ਹੈ, ਧਿਆਨ ਰੱਖ ਲਿਓ। ਪਰ ਜਿਹੜਾ ਸੁਪਰੀਮ ਕੋਰਟ ਦੇ ਜੱਜ ਉਹ ਤੇ 6 ਸਾਲ ਦੀ ਵਿਵਸਥਾ ਹੈ ਨਹੀਂ, ਇਕੱਲੀ 65 ਸਾਲ ਦੀ ਉਮਰ ਤੱਕ ਉਹਦੇ ਤੇ ਰਹਿ ਸਕਦਾ ਹੈ। ਹਾਂਜੀ, ਅਗਲਾ ਹੈ ਕੈਗ ਨੂੰ ਉਸੇ ਆਧਾਰ ਤੇ ਰਾਸ਼ਟਰਪਤੀ ਦੁਆਰਾ ਹਟਾਇਆ ਜਾ ਸਕਦਾ ਹੈ ਜਿਵੇਂ ਸੁਪਰੀਮ ਕੋਰਟ ਦੇ ਜੱਜ। ਠੀਕ ਹੈ ਜੀ, ਉਹੀ ਹੈਗਾ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣ ਦਾ ਵੀ ਪ੍ਰੋਸੈਸ ਉਹੀ ਹੈ ਤੇ ਇਹਦਾ ਵੀ ਉਹੀ ਹੈ, ਤੇ ਰਾਸ਼ਟਰਪਤੀ ਦੀ ਖੁਸ਼ੀ ਤੱਕ ਉਹਦੇ ਤੇ ਬਣਿਆ ਰਹਿੰਦਾ ਹੈ। ਜਿੰਨਾ ਚਿਰ ਰਾਸ਼ਟਰਪਤੀ ਪ੍ਰਸੰਨ ਹੈ ਇਸ ਤੋਂ, ਤਦ ਤੱਕ ਇਹ ਉਹਦੇ ਤੇ ਬਣਿਆ ਰਹਿ ਸਕਦਾ। ਹਾਂਜੀ, ਭਾਰਤ ਦੇ ਜਿਹੜੇ ਕੈਗ ਦੀ ਨਿਯੁਕਤੀ ਕੌਣ ਕਰਦਾ ਹੈ? ਇਹ ਆਪਾਂ ਪੜ੍ਹ ਚੁੱਕੇ ਹਾਂ ਜੀ, ਰਾਸ਼ਟਰਪਤੀ ਦੀ ਨਿਯੁਕਤੀ ਕਰਦਾ ਹੈ। ਨੋਟ ਕੀ ਕਰਨਾ ਜੀ, ਜਿਹੜਾ ਭਾਰਤ ਦਾ ਕੈਗ ਹੈ ਉਹ ਭਾਰਤੀ ਲੇਖਾ ਵਿਭਾਗ ਦਾ ਮੁਖੀ ਹੁੰਦਾ ਹੈ। ਠੀਕ ਹੈ ਜੀ, ਤੇ ਇਹਨੂੰ ਭਾਰਤੀ ਪਬਲਿਕ ਪਰਸ ਦਾ ਵਾਚਡੌਗ ਵੀ ਕਿਹਾ ਜਾਂਦਾ ਹੈ, ਜਾਂ ਪਬਲਿਕ ਪਰਸ ਦਾ ਗਾਰਡੀਅਨ ਜਾਂ ਰਖਵਾਲਾ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿਉਂਕਿ ਇਹ ਭਾਰਤੀ ਲੋਕਾਂ ਦੇ ਪੈਸੇ ਦੀ ਰਾਖੀ ਕਰਦਾ ਹੈ। ਜਦੋਂ ਸਰਕਾਰ ਦੁਆਰਾ ਪੈਸੇ ਖਰਚ ਕੀਤੇ ਜਾਂਦੇ ਤਾਂ ਇਹ ਆਡਿਟ ਕਰਦਾ ਤੇ ਜਿਹੜੀਆਂ ਉਣਤਾਈਆਂ ਹੁੰਦੀਆਂ, ਕਰਪਸ਼ਨ ਹੁੰਦੀ ਆ, ਉਹ ਬਾਹਰ ਕੱਢਦਾ। ਆਰਟੀਕਲ 148 ਦੇ ਵਿੱਚ ਕੈਗ ਦਾ ਵਰਣਨ ਕੀਤਾ ਗਿਆ। 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਹੋਵੇ ਉਦੋਂ ਤੱਕ ਉਹਦਾ ਸੰਭਾਲਦਾ ਹੈ। ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਦਿੰਦਾ ਹੈ। ਪਹਿਲਾ ਕੈਗ ਬਣਿਆ ਸੀ ਵੀ ਨਰਹਰੀ ਰਾਓ। ਠੀਕ ਹੈ ਜੀ, VN ਰਾਓ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਤੇ ਮੌਜੂਦਾ ਜਿਹੜਾ ਕੈਗ ਹੈ ਉਹ ਹੈ ਗਰੀਸ਼ ਚੰਦਰ ਮੁਰਮੂ। ਗਰੀਸ਼ ਚੰਦਰ ਮੁਰਮੂ ਹੈ ਵਰਤਮਾਨ ਸਮੇਂ ਦੇ ਵਿੱਚ ਕੈਗ ਉਹਨਾਂ ਕੋਲ ਹੈ ਜੀ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਲੋਕ ਲੇਖਾ ਕਮੇਟੀ ਦੇ ਦੋਸਤ, ਦਾਰਸ਼ਨਿਕ ਤੇ ਗਾਈਡ ਵਜੋਂ ਜਾਣੀ ਜਾਂਦੀ ਹੈ? ਉਹ ਹੈ ਜੀ ਕੈਗ। ਕੈਗ ਹੈ ਜਿਹੜੀ ਪਬਲਿਕ ਅਕਾਊਂਟ ਕਮੇਟੀ। ਠੀਕ ਹੈ ਜੀ, ਇਹਦੇ ਗਾਈਡ ਦੇ ਤੌਰ ਤੇ ਵਰਤੀ ਜਾਂਦੀ ਹੈ, ਦੋਸਤ ਤੇ ਫਿਲੋਸਫਰ ਦੇ ਤੌਰ ਤੇ ਵਰਤੀ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਕੈਗ ਹੈ ਜਿਹੜਾ ਉਹ ਕਿਸ ਚੀਜ਼ ਦਾ ਆਡਿਟ ਕਰਦਾ ਹੈ? ਭਾਰਤ ਦੇ ਕੰਸੋਲੀਡੇਟ ਫੰਡ ਦਾ। ਇਹੀ ਫੰਡ ਆ ਜਿਹਦੇ ਵਿੱਚ ਸਾਰੀਆਂ ਤਨਖਾਹਾਂ ਜਾਂਦੀਆਂ, ਚਾਹੇ ਉਹ ਇੱਕ ਪਿਓਨ ਦੀਆਂ ਤਨਖਾਹ ਹੋਵੇ ਕੇਂਦਰ ਦੇ ਵਿੱਚ, ਸੈਂਟਰ ਦੇ ਵਿੱਚ, ਚਾਹੇ ਉਹ ਆਪਣੇ ਰਾਸ਼ਟਰਪਤੀ ਤਨਖਾਹ ਹੋਵੇ, ਉਹ ਕੰਸੋਲੀਡੇਟਡ ਫੰਡ ਦੇ ਵਿੱਚ ਜਾਂਦੀਆਂ। ਅਗਲਾ ਹੈ ਕੰਟੀਨਜੈਂਸੀ ਫੰਡ। ਇਹਨੂੰ ਆਪਾਤਕਾਲੀਨ ਫੰਡ ਕਿਹਾ ਜਾਂਦਾ ਹੈ, ਜਦੋਂ ਹੜ੍ਹ ਆਪਦਾ ਕੋਈ ਆਉਂਦੀ ਹੈ ਤਾਂ ਉਦੋਂ ਇਹ ਹੁੰਦਾ ਹੈ। ਤੇ ਤੀਸਰਾ ਹੈ ਪਬਲਿਕ ਅਕਾਊਂਟ ਆਫ ਇੰਡੀਆ। ਠੀਕ ਹੈ ਜੀ, ਇਹਦੀ ਵੀ ਜਿਹੜੀ ਹੈਗਾ ਆਡਿਟ ਹੀ ਕਰਦਾ ਤੇ ਇਹ ਸਿਰਫ ਸੰਸਦ ਨੂੰ ਹੀ ਇਹ ਜ਼ਿੰਮੇਦਾਰ ਹੈ। ਜੋ ਰਿਪੋਰਟ ਪੇਸ਼ ਕਰਦਾ ਕੈਗ ਉਹ ਸੰਸਦ ਵਿੱਚ ਰੱਖੀ ਜਾਂਦੀ ਹੈ, ਪਰ ਰੱਖੀ ਪ੍ਰੋਪਰ ਚੈਨਲ ਜਾਂਦੀ ਹੈ। ਕੈਗ ਹੈ ਜਿਹੜੀ ਆਪਣੀ ਰਿਪੋਰਟ ਹੈ ਉਹ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੂੰ ਭੇਜਦਾ ਹੈ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਪ੍ਰੋਪਰ ਪ੍ਰੋਸੀਜਰ ਕੀ ਹੈ। ਤੇ ਪ੍ਰੈਜ਼ੀਡੈਂਟ ਹੈ ਉਹ ਉਹਨੂੰ ਸੰਸਦ ਦੇ ਵਿੱਚ ਗਾਂ ਪੇਸ਼ ਕਰਦਾ ਜੀ। ਭਾਰਤ ਦੇ ਜਿਹੜੇ ਕੈਗ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ, ਜਮਾਂ ਉਵੇਂ ਹਟਾਇਆ ਜਾ ਸਕਦਾ ਜਿਵੇਂ ਆਪਾਂ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਂਦੇ ਹਾਂ ਜੀ। ਭਾਰਤ ਦੇ ਵਿੱਚ ਕੈਗ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ ਹੈ। ਕਿਵੇਂ ਹਟਾਇਆ ਜਾ ਸਕਦਾ ਹੈ? ਇਹ ਰਾਸ਼ਟਰਪਤੀ ਹਟਾਉਂਦਾ ਜੀ, ਪਰ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਇੱਕ ਸੰਬੋਧਨ ਪਹਿਲਾਂ ਕਰਦਾ ਹੈ ਵੀ ਇਸ ਤਰ੍ਹਾਂ ਕੈਗ ਹੈ ਜਿਹੜਾ ਉਹਨੇ ਅਸਮਰਥ ਹੈ ਉਹ ਆਪਣੇ ਕੰਮ ਕਰਨ ਤੋਂ, ਜਾਂ ਦੁਰਵਿਵਹਾਰ ਉਹਨੇ ਪ੍ਰਗਟ ਕੀਤਾ ਹੈ, ਤਾਂ ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਇਹਨੂੰ ਹਟਾਉਂਦਾ ਜੀ। ਭਾਰਤੀ ਸੰਵਿਧਾਨ ਦੇ ਵਿੱਚ ਕੈਗ ਦੇ ਦਫ਼ਤਰ ਆ ਜਿਹੜਾ ਉਹ ਕਿਹੜੇ ਦੇਸ਼ ਤੋਂ ਉਧਾਰ ਲਿਆ? ਉਹ ਆਪਾਂ ਬਰਤਾਨੀਆ ਤੋਂ ਉਧਾਰ ਲਿਆ ਜੀ ਇਹ ਦਫ਼ਤਰ। ਮੈਨੂੰ ਉਮੀਦ ਆ ਅੱਜ ਦਾ ਜਿਹੜਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।